ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਾਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖਹੁ ਸਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ। ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ। ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ। ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰਿਆ ਚਿਰੰਕਾਲ ਇਹ ਦੇਹ ਸੰਜਰੀਆ। ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ। ਕਈ ਜਨਮ ਸਾਖ ਕਰ ਉਪਾਇਆ 184 ਜੋਨ ਭਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਭਾਜ ਹਰ ਹਰ ਗੁਰਮਤਿ। ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗਹਿ ਪਰਵਾਨ। ਜੋ ਕਿਸ ਹੋਆ ਸੋ ਤੁਝ ਤੇ ਹੋਗ ਅਵਰ ਨਾ ਦੂਜਾ ਕਰਣੈ ਜੋਗ। ਤਾਂ ਮਿਲਿਐ ਜਾਂ ਲਹਿ ਮਿਲਾਈ ਨਾ ਕਹੋ ਨਾਨਕ ਹਰ ਹਰ ਗੁਣ ਗਾਏ। ਤਾਂ ਮਿਲਿਐ ਜਾਂ ਲਹਿ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ
ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਗੁਰੂ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 176 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਕਿ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਇਹ ਜੀਵ ਕਿੰਨੀਆਂ ਕੁ ਜੂਨਾਂ ਵਿੱਚੋਂ ਆਇਆ ਹੈ। ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਹਿਣ ਲੱਗੇ ਮਹਾਰਾਜ ਜੀ ਇਹ ਜੀਵ ਹੈ ਜਿਹੜਾ ਇਹ ਕਿੰਨੀਆਂ ਕੁ ਜੂਨਾਂ ਵਿੱਚੋਂ ਆਇਆ ਹੈ, ਭਾਵ ਕਿਤਨੇ ਕੁ ਜਨਮ ਧਾਰੇ ਹਨ ਇਸ ਜੀਵ ਨੇ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ 84 ਲੱਖ ਜੂਨਾਂ ਤੋਂ ਸੂਚਿਤ ਕਰਵਾਉਂਦੇ ਹਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ 84 ਲੱਖ ਜੂਨਾਂ ਤੋਂ ਸੂਚਿਤ ਕਰਵਾਉਂਦੇ ਹੋਏ ਅਤੇ ਮਨੁੱਖਾ ਜਨਮ ਦੀ ਦੁਰਲੱਭਤਾ ਦੱਸਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਕਿ ਇਹ ਕਿੰਨੀਆਂ ਜੂਨਾਂ ਵਿੱਚ ਦੀ ਆਉਂਦਾ ਹੈ ਤੇ ਜਿਹੜਾ ਮਨੁੱਖਾ ਜਨਮ ਹੈ ਇਹ ਕਿੰਨਾ ਦੁਰਲੱਭ ਹੈ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ ਸਿੱਖਾਂ ਨੂੰ ਉਪਦੇਸ਼ ਦੁਆਰਾ ਕਈ ਜਨਮ ਭਏ ਕੀਟ ਪਤੰਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਹੇ ਭਾਈ, ਹੇ ਸਿੱਖੋ, ਇਹ ਜੀਵ ਮਨੁੱਖਾ ਜਨਮ ਮਿਲਣ ਤੋਂ ਪਹਿਲਾਂ ਕਈ ਜਨਮਾਂ ਵਿੱਚ ਪੈਰਾਂ ਹੇਠਾਂ ਆ ਕੇ ਮਰਨ ਵਾਲਾ ਕੀਟ ਕੀੜਾ, ਦੀਵੇ ਉੱਤੇ ਸੜਨ ਵਾਲਾ ਪਤੰਗਾ ਪਰਵਾਨਾ ਬਣਿਆ। ਕਈ ਜਨਮ ਭਏ ਕੀਟ ਪਤੰਗਾ। ਮਹਾਰਾਜ ਜੀ ਕਹਿਣ ਲੱਗੇ ਹੇ ਭਾਈ ਸਿੱਖੋ, ਇਹ ਜੀਵ ਮਨੁੱਖਾ ਜਨਮ ਮਿਲਣ ਤੋਂ ਪਹਿਲਾਂ ਕਈ ਜਨਮ ਭਏ ਕੀਟ ਪਤੰਗਾ ਕਿ ਕਈ ਜਨਮਾਂ ਵਿੱਚ ਪੈਰਾਂ ਹੇਠਾਂ ਆ ਕੇ ਮਰਨ ਵਾਲਾ ਕੀਟ ਕੀੜਾ ਤੇ ਦੀਵੇ ਉੱਤੇ ਸੜਨ ਵਾਲਾ ਪਤੰਗਾ ਪਰਵਾਨਾ ਬਣਿਆ। ਕਈ ਜਨਮ ਗਜ ਮੀਨ ਕਰੰਗਾ। ਕਈ ਜਨਮ ਗਜ ਹੁੰਦਾ ਹਾਥੀ, ਮੀਨ ਹੁੰਦਾ ਮੱਛੀ ਤੇ ਕਰੰਗਾ ਹੁੰਦਾ ਹਿਰਨ। ਕਿ ਕਈ ਜਨਮ ਹਾਥੀ, ਮੱਛੀ, ਹਿਰਨਾਂ ਦੇ ਧਾਰਨ ਕੀਤੇ ਇਸ ਨੇ। ਕਈ ਜਨਮ ਪੰਖੀ ਸਰਪ ਹੋਇਓ। ਮਹਾਰਾਜ ਜੀ ਕਹਿਣ ਲੱਗੇ ਕਈ ਜਨਮ ਪੰਖੀ ਪੰਛੀ ਬਣ ਕੇ ਉੱਡਦਾ ਫਿਰਦਾ ਰਿਹਾ।
ਮਾਇਆ ਦੇ ਮੋਹ ਕਰਕੇ ਉਸ ਦੀ ਚਿਤਵਨੀ ਵਿੱਚ ਮਰਨ ਕਰਕੇ ਕਈ ਜਨਮ ਸਰਪ ਹੋਇਓ, ਸੱਪ ਜੂਨੀ ਦੇ ਧਾਰਨ ਕੀਤੇ। ਇਸ ਨੇ ਕਈ ਜਨਮ ਪੰਖੀ ਸਰਪ ਹੋਇਓ ਕਿ ਕਈ ਜਨਮ ਪੰਖੀ ਪੰਛੀ ਬਣ ਬਣ ਉੜਦਾ ਫਿਰਦਾ ਰਿਹਾ। ਮਾਇਆ ਦੇ ਮੋਹ ਕਰਕੇ ਉਸ ਦੀ ਚਿਤਵਨੀ, ਮਾਇਆ ਦੀ ਚਿਤਵਨੀ ਵਿੱਚ ਮਰਨ ਕਰਕੇ ਮਾਇਆ ਨੂੰ ਚੇਤੇ ਕੀਤਾ ਮਰਨ ਵੇਲੇ, ਫੇਰ ਕਈ ਜਨਮ ਸੱਪ ਜੂਨੀ ਦੇ ਧਾਰਨ ਕੀਤੇ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਕਿ ਇਹ 526 ਅੰਗ ਤੇ ਤਰਲੋਚਨ ਭਗਤ ਜੀ ਦੀ ਬਾਣੀ ਦੇ ਵਿੱਚ ਹੈ ਕਿ ਅੰਤ ਕਾਲ ਜੋ ਲਛਮੀ ਸਿਮਰੈ, ਅੰਤ ਅਖੀਰਲੇ ਸਮੇਂ ਜਦੋਂ ਮਰਨ ਦਾ ਸਮਾਂ ਹੁੰਦਾ ਹੈ, ਜਿਹੜਾ ਮਾਇਆ ਨੂੰ ਯਾਦ ਕਰਦਾ ਹੈ ਤੇ ਇਸ ਚਿੰਤਾ ਦੇ ਵਿੱਚ ਮਰਦਾ ਹੈ, ਚੇਤੇ ਰੱਖ ਕੇ ਮਰਦਾ ਹੈ ਕਿ ਮੇਰੀ ਮਾਇਆ ਰਹੇਗੀ ਇੱਥੇ, ਸਰਪ ਜੋਨ ਬਲ ਬਲ ਅਵਤਰੈ। ਫਿਰ ਉਹ ਸੱਪ ਦੀ ਜੂਨੀ ਮੁੜ ਮੁੜ ਕੇ ਜਨਮ ਲੈਂਦਾ ਹੈ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਕਿ ਅੰਤ ਅਖੀਰਲੇ ਸਮੇਂ ਜਦੋਂ ਕਾਲ ਦਾ ਸਮਾਂ ਆਉਂਦਾ ਹੈ, ਉਸ ਸਮੇਂ ਜੇ ਲਛਮੀ ਹੁੰਦਾ ਮਾਇਆ, ਮਾਇਆ ਨੂੰ ਸਿਮਰਦਾ, ਮਾਇਆ ਨੂੰ ਚਿੱਤ ਦੇ ਵਿੱਚ ਚੇਤੇ ਕਰਦਾ ਹੈ, ਸਰਪ ਜੋਨ ਬਲ ਬਲ ਅਵਤਰੈ। ਕਿ ਸੱਪ ਦੀ ਜੂਨੀ ਵਿੱਚ ਵਾਰੀ ਵਾਰੀ ਆਉਂਦਾ ਹੈ। ਕਈ ਜਨਮ ਹੈਵਰ ਬਿਰਖ ਜੋਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇਹ ਜੀਵ ਕਈ ਜਨਮਾਂ ਵਿੱਚ ਘੋੜੇ, ਭਾਵ ਸਵਾਰੀ ਕਰਨ ਵਾਲੇ ਦਰਿਆਈ ਘੋੜੇ ਬਣਿਆ, ਅਤੇ ਕਈ ਜਨਮ ਬਿਰਖ ਬਲਦ ਬਣ ਕੇ ਜੋਇਓ ਜੋੜਿਆ ਗਿਆ। ਕਈ ਜਨਮ ਹੈਵਰ ਬਿਰਖ ਜੋਇਓ। ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਜੀਵ ਕਈ ਜਨਮਾਂ ਵਿੱਚ ਹੈਵਰ ਸ੍ਰੇਸ਼ਟ ਭਾਵ ਸਵਾਰੀ ਕਰਨ ਵਾਲੇ ਦਰਿਆਈ ਘੋੜੇ ਬਣਿਆ, ਅਤੇ ਬਿਰਖ ਜੋਇਓ, ਕਈ ਜਨਮ ਬਿਰਖ ਬਲਦ ਬਣ ਕੇ ਜੋਇਓ ਜੋੜਿਆ ਗਿਆ। ਕਈ ਜਨਮ ਬਿਰਖ ਰੁੱਖ ਰੂਪ ਦੇਖੇ ਹਨ। ਇਹਨਾਂ ਜੂਨਾਂ ਦੇ ਨਿਰਣੇ ਧਰਮ ਸ਼ਾਸਤਰ ਗ੍ਰੰਥਾਂ ਵਿੱਚ ਆਉਂਦੇ ਹਨ। ਮਿਲ ਜਗਦੀਸ਼ ਮਿਲਣ ਕੀ ਵਰੀਆ। ਮਹਾਰਾਜ ਜੀ ਤਤ ਸਿਧਾਂਤ ਦੀ ਗੱਲ ਦੱਸਦੇ ਹਨ ਕਿ ਮਿਲ ਜਗਦੀਸ਼ ਮਿਲਣ ਕੀ ਵਰੀਆ। ਹੈ ਭਾਈ, ਹੁਣ ਇਹ ਮਨੁੱਖਾ ਜਨਮ ਦੇ ਵਿੱਚ ਜਗਦੀਸ਼ ਜਗਤ ਦੇ ਈਸ਼ਵਰ ਨੂੰ ਮਿਲਣ ਦੀ ਵਰੀਆ ਬਾਰੀ ਸਮਾਂ ਪ੍ਰਾਪਤ ਹੋਇਆ ਹੈ। ਬਹੁਤੇ ਜਨਮ ਕੀਟ ਪਤੰਗਾ ਹੈਵਰ ਹਾਥੀ ਗਾਜ ਮੀਨ ਸਰਪ ਕਿੰਨੀਆਂ ਜੂਨਾਂ ਲੰਘ ਕੇ ਆਇਆ ਹੈ। ਜਦੋਂ ਮਨੁੱਖਾ ਜਨਮ ਦੀ ਇਸ ਨੂੰ ਪ੍ਰਾਪਤੀ ਹੋ ਗਈ, ਮਿਲ ਜਗਦੀਸ਼ ਮਿਲਣ ਕੀ ਵਰੀਆ। ਹੈ ਭਾਈ, ਹੁਣ ਇਹ ਮਨੁੱਖਾ ਜਨਮ ਵਿੱਚ ਜਗਦੀਸ਼ ਜਗਤ ਦੇ ਈਸ਼ਵਰ ਨੂੰ ਮਿਲਣ ਦੀ ਵਰੀਆ ਬਾਰੀ ਸਮਾਂ ਪ੍ਰਾਪਤ ਹੋਇਆ ਹੈ। ਜੈਸਾ ਕਿ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਦੋਂ ਤੈਨੂੰ ਮਨੁੱਖਾ ਜਨਮ ਦੀ ਬਾਰੀ ਪ੍ਰਾਪਤ ਹੋਈ ਹੈ, ਇਸ ਦੇਹੀ ਦੀ ਪ੍ਰਾਪਤੀ ਹੋਈ ਹੈ, ਤਾਂ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਮਿਲਣ ਵਾਸਤੇ ਤੈਨੂੰ ਬਾਰੀ ਮਿਲੀ ਹੈ। ਭਈ ਪ੍ਰਾਪਤ, ਜਦੋਂ ਤੈਨੂੰ ਮਨੁੱਖ ਦੇਹੁਰੀਆ, ਮਨੁੱਖ ਦੇਹੀ ਮਿਲੀ, ਪ੍ਰਾਪਤ ਹੋਈ, ਇਹ ਸਿਰਫ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਪਰਮੇਸ਼ਰ ਦੇ ਮਿਲਣ ਦੀ ਵਾਰੀ ਮਿਲੀ ਹੈ। ਚਿਰੰਕਾਲ ਇਹ ਦੇਹ ਸੰਜਰੀਆ ਰਹਾਓ। ਇਸ ਪ੍ਰਕਾਰ ਚਿਰੰਕਾਲ, ਬਹੁਤ ਚਿਰ ਪਿੱਛੋਂ, ਭਾਵ 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹੀ ਸੰਜਰੀਆ ਪ੍ਰਾਪਤ ਹੋਈ ਹੈ। ਚਿਰੰਕਾਲ ਇਹ ਦੇਹ ਸੰਜਰੀਆ,
ਇਸ ਪ੍ਰਕਾਰ ਚਿਰੰਕਾਲ ਬਹੁਤ ਚਿਰ ਪਿੱਛੋਂ ਭਾਵ 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹੀ ਸੰਜਰੀਆ ਪ੍ਰਾਪਤ ਹੋਈ ਹੈ। ਮਨੁੱਖਾ ਦੇਹੀ ਦੀ ਵਾਰੀ ਮਿਲੀ ਹੈ। ਰਹਾਓ। ਅੱਗੇ ਫਿਰ ਮਹਾਰਾਜ ਜੀ ਦੱਸਦੇ ਹਨ ਕਿ ਹੋਰ ਕਿੰਨੀਆਂ ਜੂਨਾਂ ਵਿੱਚੋਂ ਆਇਆ ਹੈ ਇਹ ਜੀਵ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, 184 ਜੋਨ ਭਰਮਾਇਆ। ਮਹਾਰਾਜ ਜੀ ਉਚਾਰਨ ਕਰਦੇ ਹਨ, ਕਈ ਜਨਮ ਸੈਲ ਗਿਰ ਕਰਿਆ। ਇਸ ਮਨੁੱਖਾ ਜਨਮ ਤੋਂ ਪਹਿਲਾਂ ਇਹ ਕਈ ਜਨਮ ਸੈਲ ਸਿਲਾ ਪੱਥਰ ਅਤੇ ਗਿਰ ਪਹਾੜ ਬਣ ਕੇ ਪੈਦਾ ਹੋਇਆ, ਜਿਸ ਵਿੱਚ ਝਰਨੇ ਝਰਦੇ ਹਨ। ਉਹ ਪਹਾੜਾਂ ਦੀ ਜੂਨੀ ਇਸ ਨੂੰ ਮਿਲੀ। ਕਈ ਜਨਮ ਸੈਲ ਗਿਰ ਕਰਿਆ ਕਿ ਕਈ ਜਨਮ ਸੈਲ ਸਿਲਾ ਪੱਥਰ ਅਤੇ ਗਿਰ ਪਹਾੜ ਬਣ ਕੇ ਪੈਦਾ ਹੋਇਆ, ਜਿਸ ਵਿੱਚ ਝਰਨੇ ਝਰਦੇ ਹਨ। ਸੈਲ ਹੁੰਦਾ ਖੁਸ਼ਕ ਪਰਬਤ ਬਣਿਆ ਇਹ, ਤੇ ਕਈ ਜਨਮ ਗਿਰ ਹੁੰਦਾ ਪਹਾੜਾਂ ਦੀ ਸੈਲ ਕਰਦਾ ਰਿਹਾ ਕਿ ਪਹਾੜ ਬਣ ਕੇ ਇੱਥੇ ਜਨਮ ਵੀ ਲੈਤਾ ਤੇ ਉਸ ਤੋਂ ਬਾਅਦ ਕਈ ਜਨਮ ਪਹਾੜਾਂ ਦੀ ਸੈਲ ਵੀ ਕਰਦਾ ਰਿਹਾ। ਕਈ ਜਨਮ ਗਰਭ ਹਿਰ ਖਰਿਆ। ਇਹ ਜੀਵ ਕਈ ਜਨਮਾਂ ਵਿੱਚ ਗਰਭ ਹਿਰ ਖਰਿਆ, ਮਾਤਾ ਦੇ ਗਰਭ ਵਿੱਚ ਹਿਰ ਹੁੰਦਾ, ਹਿਰ ਖਰਿਆ ਛਣਦਾ ਰਿਹਾ, ਨਾਸ ਹੁੰਦਾ ਰਿਹਾ। ਹਿਰ ਨਾਮ ਡਿੱਗਣ ਦਾ ਹੈ, ਭਾਵ ਮਾਤਾ ਦੇ ਗਰਭ ਵਿੱਚੋਂ 9 ਮਹੀਨਿਆਂ ਤੋਂ ਪਹਿਲਾਂ ਹੀ ਡਿੱਗਦਾ ਰਿਹਾ। ਤੇ ਖਰਿਆ ਨਾਮ ਖੁਰਨ ਦਾ ਹੈ, ਭਾਵ ਮਾਤਾ ਦੇ ਗਰਭ ਵਿੱਚ 1-2 ਮਹੀਨਿਆਂ ਦਾ ਜਲ ਰੂਪ ਹੋ ਕੇ ਗਰਭ ਦੇ ਵਿੱਚੋਂ ਖੁਰ ਜਾਂਦਾ ਰਿਹਾ। ਕਈ ਜਨਮ ਸਾਖ ਕਰ ਉਪਾਇਆ। ਇਹ ਜੀਵ ਕਈ ਜਨਮਾਂ ਵਿੱਚ ਸਾਖ ਕਿਹਾ ਖੇਤੀ ਨੂੰ, ਕਿ ਖੇਤੀ ਰੂਪ ਕਰਕੇ ਪੈਦਾ ਕੀਤਾ ਗਿਆ, ਭਾਵ ਖੇਤੀਆਂ ਦੀਆਂ ਜੂਨਾਂ ਵਿੱਚ ਪਾਇਆ ਗਿਆ। ਕਈ ਜਨਮ ਸਾਖ ਕਰ ਉਪਾਇਆ। ਇਹ ਜੀਵ ਕਈ ਜਨਮਾਂ ਵਿੱਚ ਸਾਖ ਖੇਤੀ ਰੂਪ ਕਰਕੇ ਉਪਾਇਆ ਪੈਦਾ ਕੀਤਾ ਗਿਆ, ਭਾਵ ਖੇਤੀਆਂ ਦੀ ਜੂਨ ਵਿੱਚ ਪਾਇਆ ਗਿਆ। 184 ਜੋਨ ਭਰਮਾਇਆ। ਇਸ ਪ੍ਰਕਾਰ ਇਹ ਜੀਵ ਅੰਡਜ, ਜੇਰਜ, ਸੇਤਜ ਅਤੇ ਉਤਭੁਜ ਵਿੱਚ ਪੈਦਾ ਕਰਕੇ 84 ਲੱਖ ਜੂਨਾਂ ਵਿੱਚ ਭਰਮਾਇਆ ਫੇਰਿਆ ਗਿਆ। 84 ਲੱਖ ਜੋ ਜੂਨਾਂ ਹਨ, ਇਹ ਚਾਰੇ ਖਾਣੀਆਂ ਤੋਂ ਪੈਦਾ ਹੁੰਦੀਆਂ ਹਨ। ਅੰਡਜ ਆਂਡੇ ਤੋਂ, ਜੇਰਜ ਜੇਰ ਚੋਂ, ਸੇਤਜ ਮੁੜਕੇ ਤੋਂ ਅਤੇ ਉਤਭੁਜ ਧਰਤੀ ਤੋਂ। ਇਹ 84 ਲੱਖ ਜੂਨਾਂ ਇਹਨਾਂ ਖਾਣੀਆਂ ਤੋਂ ਪੈਦਾ ਹੁੰਦੀਆਂ ਹਨ ਕਿ ਇਹਨਾਂ 'ਚੋਂ ਪੈਦਾ ਕਰਕੇ 84 ਲੱਖ ਜੂਨਾਂ ਵਿੱਚ ਇਹ ਭਰਮਾਇਆ ਗਿਆ ਕਿ ਭਰਮ ਦਾ ਫਿਰਦਾ ਹੋਇਆ ਹੀ ਮਨੁੱਖਾ ਜਨਮ ਵਿੱਚ ਆਇਆ ਹੈ। 84 ਲੱਖ ਜੂਨਾਂ ਤੋਂ ਬਾਅਦ ਭਰਮ ਦਾ ਇਹ ਮਨੁੱਖਾ ਦੇਹੀ ਵਿੱਚ ਆਇਆ ਹੈ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਹੇ ਗੁਰਸਿੱਖੋ, ਇਸ ਲਈ ਇਹ ਮਨੁੱਖਾ ਜਨਮ ਸਾਧ ਸੰਗ ਸ੍ਰੇਸ਼ਟ ਜਨਾਂ ਦੀ ਸੰਗਤ ਕਰ ਲਈ ਪ੍ਰਾਪਤ ਹੋਇਆ ਹੈ। ਇਉਂ ਇਸ ਜਨਮ ਵਿੱਚ ਕਰ ਸੇਵਾ ਟਹਿਲ ਕਰ ਅਤੇ ਭਜ ਹਰ ਹਰ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਭਜਨਾ ਕਰ, ਜਾਪਣਾ ਕਰ ਕਿ ਭਇਓ ਜਨਮ ਪ੍ਰਾਪਤ। ਹੈ ਜੀਵ, ਹੁਣ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਸਾਧ ਸੰਗ ਕਰ ਸੇਵਾ, ਸਾਧ ਸੰਗਤ ਦੀ ਸੇਵਾ ਕਰ ਅਤੇ ਭਜ ਹਰ ਹਰ ਗੁਰਮਤਿ। ਗੁਰਾਂ ਦੀ ਮੱਤ, ਗੁਰਾਂ ਦੀ ਸਿੱਖਿਆ ਲੈ ਕੇ ਹਰੀ ਦਾ ਭਜਨ ਕਰ, ਜੋ ਤੇਰੇ ਪਾਪਾਂ ਨੂੰ
ਫਿਰ ਹੁੰਦਾ ਨਾਸ ਕਰ ਦੇਵੇਗਾ। ਸੰਤ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ, ਜੋ ਸੰਤ ਗੁਰੂ ਸਾਹਿਬ ਜੀ ਹਨ, ਉਹਨਾਂ ਦੀ ਸੰਗਤ ਕਰਨ ਵਾਸਤੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਇਸ ਕਰਕੇ ਉਹਨਾਂ ਸੰਤਾਂ ਗੁਰੂ ਸਾਹਿਬ ਜੀ ਦੀ ਸੇਵਾ ਕਰਨੀ ਕਰ ਅਤੇ ਗੁਰਮਤਿ ਗੁਰਾਂ ਦੀ ਸਿੱਖਿਆ ਗ੍ਰਹਿਣ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਤਿਆਗ ਮਾਨ ਝੂਠ ਅਭਿਮਾਨ। ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਦਾ ਨਾਮ ਜਪਣਾ ਕਰ, ਗੁਰਾਂ ਦੀ ਸਿੱਖਿਆ ਗ੍ਰਹਿਣ ਕਰਕੇ, ਫਿਰ ਤਿਆਗ ਮਾਨ ਝੂਠ ਅਭਿਮਾਨ। ਇਹ ਜੀਵ ਮਾਨ ਵਡਿਆਈ ਆਦਿਕ ਦੀ ਇੱਛਾ, ਝੂਠ ਅਤੇ ਆਪਣੇ ਸਰੀਰ, ਗੁਣਾ ਆਦਿਕ ਦਾ ਅਭਿਮਾਨ, ਗੁਣਾ ਆਦਿਕ ਦਾ ਹੰਕਾਰ ਛੱਡ ਦੇਵੇ। ਤਿਆਗ ਮਾਨ ਝੂਠ ਅਭਿਮਾਨ। ਇਹ ਜੀਵ ਵਡਿਆਈ ਆਦਿਕ ਦੀ ਇੱਛਾ ਅਤੇ ਝੂਠ, ਆਪਣੇ ਸਰੀਰ ਦੇ ਗੁਣਾ ਆਦਿਕ ਦਾ ਹੰਕਾਰ ਛੱਡ ਦੇਵੇ ਅਤੇ ਜੀਵਤ ਮਰਹਿ ਦਰਗਹਿ ਪਰਵਾਣ। ਫਿਰ ਇਹ ਜੀਵ ਜੀਵਤ ਭਾਅ ਤੋਂ ਮਰ ਜਾਏ ਤਾਂ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਣਿਕ ਹੋ ਜਾਵੇਗਾ। ਜੋ ਕਿਛ ਹੋਆ ਸੋ ਤੁਝ ਤੇ ਹੋਗ। ਮਹਾਰਾਜ ਜੀ ਕਹਿਣ ਲੱਗੇ ਜੋ ਕਿਛ ਹੋਆ ਸੋ ਤੁਝ ਤੇ ਹੋਗ। ਵਾਹਿਗੁਰੂ ਦੇ ਸਨਮੁਖ ਚਿੱਤ ਨੂੰ ਕਰ ਇਹ ਜਾਣੇ ਕਿ ਹੇ ਪਰਮੇਸ਼ਰ, ਜਿੰਨਾ ਕੁਝ ਸੰਸਾਰ ਵਿੱਚ ਹੋਇਆ ਹੈ ਉਹ ਤੁਝ ਤੇਰੇ ਤੋਂ ਹੀ ਪੈਦਾ ਹੋਇਆ ਹੈ। ਜੋ ਕਿਛ ਹੋਆ ਸੋ ਤੁਝ ਤੇ ਹੋਗ। ਵਾਹਿਗੁਰੂ ਦੇ ਸਨਮੁਖ ਚਿੱਤ ਨੂੰ ਕਰਕੇ ਇਹ ਜਾਣੇ ਕਿ ਹੇ ਪਰਮੇਸ਼ਰ, ਜਿੰਨਾ ਕੁਝ ਸੰਸਾਰ ਵਿੱਚ ਹੋਇਆ ਹੈ ਉਹ ਤੇਰੇ ਤੋਂ ਹੀ ਪੈਦਾ ਹੋਇਆ ਹੈ। ਆਬਰਨਾ ਦੂਜਾ ਕਰਨਾ ਜੋਗ। ਕਿ ਇਹ ਕਹਿਣਾ ਕਹਿ ਹੇ ਪਰਮੇਸ਼ਰ, ਤੁਹਾਡੇ ਤੋਂ ਬਿਨਾਂ ਹੋਰ ਦੂਸਰਾ ਕੋਈ ਕਰਨ ਦੇ ਯੋਗ, ਕਰਨ ਦੇ ਲਾਇਕ ਨਹੀਂ ਹੈ। ਕਰੇ ਕਰਾਏ ਆਪੇ ਆਪ, ਮਾਨਸ ਕੇ ਕਿਸ ਨਾਹੀ ਹਾਥ। ਕਿ ਜੋ ਕੁਝ ਕਰਦਾ ਹੈ ਉਹ ਪਰਮੇਸ਼ਰ ਕਰਦਾ ਹੈ। ਕਿ ਪਰਮੇਸ਼ਰ ਤੋਂ ਬਿਨਾਂ ਹੋਰ ਦੂਸਰਾ ਕੋਈ ਕਰਨ ਦੇ ਲਾਇਕ, ਕਰਨ ਦੇ ਯੋਗ ਨਹੀਂ ਹੈ। ਤਾਂ ਮਿਲੀਐ ਜਾਂ ਲਿਹੇ ਮਿਲਾਏ। ਮਹਾਰਾਜ ਜੀ ਕਹਿਣ ਲੱਗੇ ਹੇ ਮਹਾਰਾਜ, ਤੇਰੇ ਨਾਲ ਹੀ ਮਿਲ ਸਕੀਦਾ ਹੈ। ਹੇ ਮਹਾਰਾਜ, ਤੇਰੇ ਨਾਲ ਤਾਂ ਮਿਲ ਸਕੀਦਾ ਹੈ ਜੇਕਰ ਤੁਸੀਂ ਕਿਰਪਾ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਪਾ ਕੇ, ਸੰਗਤ ਨਾਲ ਮੇਲ ਕਰਕੇ ਆਪਣੇ ਨਾਲ ਮਿਲਾ ਲਵੋ, ਫੇਰ ਤੇਰੇ ਨਾਲ ਮਿਲ ਸਕੀਦਾ ਹੈ। ਤਾਂ ਮਿਲੀਐ ਜਾਂ ਲਿਹ ਮਿਲਾਏ। ਹੇ ਮਹਾਰਾਜ, ਤੇਰੇ ਨਾਲ ਤਾਂ ਹੀ ਮਿਲ ਸਕੀਦਾ ਹੈ ਜੇਕਰ ਤੁਸੀਂ ਕਿਰਪਾ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਪਾ ਕੇ, ਸੰਗਤ ਨਾਲ ਮੇਲ ਕਰਕੇ ਆਪਣੇ ਨਾਲ ਮਿਲਾ ਲਵੋ। ਕਹੋ ਨਾਨਕ ਹਰ ਹਰ ਗੁਣ ਗਾਏ। ਕਹੋ ਨਾਨਕ ਹਰ ਹਰ ਗੁਣ ਗਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਸ ਪ੍ਰਕਾਰ ਇਹ ਜੀਵ ਉਸ ਹਰ ਹਰ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਕੇ ਉਸ ਵਾਹਿਗੁਰੂ ਵਿੱਚ ਅਭੇਦ ਹੋਣਾ ਕਰੇ। ਕਹੋ ਨਾਨਕ ਹਰ ਹਰ ਗੁਣ ਗਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕਥਨ ਕਰਦੇ ਹਨ ਕਿ ਹੇ ਭਾਈ, ਇਸ ਪ੍ਰਕਾਰ ਇਹ ਜੀਵ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਕੇ ਉਸ ਵਾਹਿਗੁਰੂ ਵਿੱਚ ਅਭੇਦ ਹੋਣਾ ਕਰੇ, ਇਕਮਿਕ ਹੋਣਾ ਕਰੇ, ਤਾਂ ਹੀ ਇਸ ਦਾ ਮਨੁੱਖਾ ਜਨਮ ਜੋ ਆਇਆ ਹੈ ਉਹ ਸਫਲਾ ਹੋਵੇਗਾ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਕਰਮ ਭੂਮ ਮੈਂ ਬੋਵਹੁ ਨਾਮ।
पूर्ण होए तुम्हारा काम। फल पावहे मिटै जम त्रास, नित गावहे हर हर गुण जास। हर हर नाम अंतर उर धार, सी घर कारज लेहो सवार रहाओ। अपने प्रभ स्यों हो सावधान, तां तू धर गै पावहे मान। उक्त सियाणप सगली त्याग, संत जना की चरनी लाग। सर्ब जी है जाकै हाथ, कदे न बिछड़ै सब कै साथ। उपाव छोड़ गहो तिसकी ओट, निमख माहे होवै तेरी छोट। सदा निकट कर तिसनो जान, प्रभ की आज्ञा सत कर मान। गुर कै बचन मिटावो आप, हर हर नाम नानक जप जाप। गुर कै बचन मिटावहो आप, हर हर नाम नानक जप जाप। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਰਮ ਭੂਮ ਮੈਂ ਬੋਵਹੁ ਨਾਮ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਇਸ ਮਨੁੱਖਾ ਦੇਹੀ ਰੂਪੀ ਕਰਮ ਭੂਮੀ ਵਿੱਚ, ਭਾਰਤ ਖੰਡ ਦੀ ਧਰਤੀ ਵਿੱਚ ਰਹਿ ਕੇ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਬੋਵਹੁ, ਬੀਜਣਾ ਕਰੋ। ਕਰਮ ਭੂਮ ਮੈਂ ਬੋਵਹੁ ਨਾਮ, ਕਿ ਹੇ ਭਾਈ, ਇਸ ਮਨੁੱਖਾ ਦੇਹੀ ਰੂਪੀ ਕਰਮ ਭੂਮੀ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਬੀਜਣਾ ਕਰੋ। ਭਾਰਤ ਖੰਡ ਦੀ ਧਰਤੀ ਵਿੱਚ ਰਹਿ ਕੇ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਬੋਵਹੁ, ਬੀਜਣਾ ਕਰੋ। ਜੈਸਾ ਕਿ ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਕਰਮ ਧਰਤੀ ਸਰੀਰ ਜੁਗ, ਜੋ ਕਰਮ ਕਰਨਾ ਹੈ ਧਰਤੀ ਤੇ ਰਹਿ ਕੇ ਜਾਂ ਸਰੀਰ ਵਿੱਚ ਰਹਿ ਕੇ, ਜੁਗ ਅੰਤਰ, ਕਿ ਜੋ ਵੀ ਇਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਬੀਜੇਗਾ, ਜੋ ਬੋਵੈ ਬੀਜੈ, ਜੋ ਬੀਜੇਗਾ ਸੋ ਖਾਤ, ਉਹੀ ਖਾਵੇਗਾ। ਭਾਰਤ ਖੰਡ ਨੂੰ ਕਰਮ ਭੂਮੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਹੋਰਨਾਂ ਮੁਲਕਾਂ ਵਿੱਚ ਲੋਕ ਭੋਗਣ ਐਸੋ ਆਰਾਮ ਅਤੇ ਮਾਇਆ ਖੱਟਣ ਤੋਂ ਬਿਨਾਂ ਕੁਝ ਨਹੀਂ ਜਾਣਦੇ। ਜਿਹੜੇ ਹੋਰ ਮੁਲਕ ਹਨ, ਉਹ ਲੋਕ ਭੋਗਣ ਤੋਂ ਐਸੋ ਪ੍ਰਸਤੀ ਕਰਨ ਤੇ ਅਤੇ ਮਾਇਆ ਇਕੱਠੀ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਦੇ, ਧਰਮਾਂ ਦੇ ਨਾਲ ਨਹੀਂ ਜੁੜੇ। ਧਰਮ ਦੇ ਨਾਲ ਜੁੜਨ ਦਾ ਜਿਹੜਾ ਮੌਕਾ ਹੈ ਇਕੱਲੀ ਇਹ ਭਾਰਤ ਖੰਡ ਨੂੰ ਹੀ ਪ੍ਰਾਪਤ ਹੋਇਆ ਹੈ। ਭਾਰਤ ਖੰਡ ਦੇ ਲੋਕ ਆਪੋ ਆਪਣੇ ਧਰਮਾਂ ਦੇ ਨਾਲ ਜੁੜੇ ਹੋਏ ਹਨ। ਇੱਥੇ ਭਾਰਤ ਖੰਡ ਵਿੱਚ ਸਤ ਸੰਗਤ, ਭਾਵ ਭਗਤੀ, ਸਰਧਾ ਭਾਵਨਾ, ਪਰਮੇਸ਼ਰ ਦਾ ਗਿਆਨ, ਪਾਪ ਪੁੰਨ ਅਤੇ ਚੰਗੇ ਮਾੜੇ ਆਦਿਕ ਦਾ ਗਿਆਨ ਹੈ। ਹੋਰ ਦੇਸ਼ਾਂ ਦੇ ਵਿੱਚ ਨਾ ਕੋਈ ਪੁੰਨ ਪਾਪ ਦਾ ਦੇਖਦੇ ਹਨ, ਨਾ ਹੀ ਧਰਮ ਦਾ ਗਿਆਨ ਹੈ, ਪਰਮੇਸ਼ਰ ਨੂੰ ਮਿਲਣ ਦਾ ਗਿਆਨ ਹੈ। ਕਿਸੇ ਦੇ ਅੰਦਰ ਕੋਈ ਸ਼ਰਧਾ ਭਾਵਨਾ ਨਹੀਂ, ਇਕੱਲੀ ਮਾਇਆ ਇਕੱਠੀ ਕਰਨ ਤੇ ਆਪਣੀ ਦੇਹੀ ਨੂੰ ਸੁੱਖ ਦੇ ਵਿੱਚ ਰੱਖਣ ਵਾਸਤੇ ਹੀ ਲੱਗ ਰਹੇ ਹਨ ਕਿ ਬੜੇ ਆਰਾਮ ਦੀ ਜ਼ਿੰਦਗੀ ਜਿਉਂਦੇ ਹਾਂ। ਪਰ ਪਰਮੇਸ਼ਰ ਦੇ ਨਾਲ ਮਿਲ ਕੇ ਇਹ ਮਨੁੱਖਾ ਜਨਮ ਸਫਲਾ ਕਰਨ ਦੀ ਕਿਤੇ ਵੀ ਗੱਲ ਨਹੀਂ, ਭਾਰਤ ਦੇ ਵਿੱਚ ਹੀ ਹੈ। ਇਹ ਧਰਤੀ ਉੱਤੇ ਕਰਮਾਂ ਕਰਕੇ ਹੀ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ।
ਜੇ ਚੰਗੇ ਕਰਮ ਕੀਤੇ ਹਨ ਤਾਂ ਭਾਰਤ ਦੀ ਧਰਤੀ 'ਤੇ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਇਸ ਕਰਕੇ ਇੱਥੇ ਨਾਮ ਰੂਪੀ ਬੀਜ ਨੂੰ ਬੀਜਣਾ ਕਰੋ, ਭਾਵ ਨਾਮ ਜਪਣਾ ਕਰੋ। ਇਹ ਭਾਰਤ ਖੰਡ ਕਰਮ ਭੂਮੀ ਹੈ। ਜੈਸਾ ਕੋਈ ਕਰਮ ਕਰਨਾ ਹੈ ਨਾਮ ਜਪਣ ਵਾਲਾ ਹੀ ਕਰਨਾ ਹੈ। ਇਹੀ ਇੱਥੇ ਨਾਮ ਰੂਪੀ ਬੀਜ ਬੀਜਿਆ ਜਾ ਸਕਦਾ ਹੈ। ਬਾਕੀ ਦੇਸ਼ ਭੋਗ ਭੂਮੀ ਹਨ, ਕੱਲਾ ਭੋਗ ਰਹੇ ਹਨ, ਕੁਝ ਬੀਜ ਨਹੀਂ ਰਹੇ ਹਨ। ਪੂਰਨ ਹੋਏ ਤੁਮਾਰਾ ਕਾਮ, ਜਿਸ ਕਰਕੇ ਤੁਮਾਰਾ ਤੁਹਾਡਾ ਧਰਮ ਅਰਥ ਕਾਮ ਮੋਖ ਆਦ ਸਭ ਕਾਰਜ ਪੂਰਾ ਹੋ ਜਾਏਗਾ। ਕਿ ਇਸ ਮਨੁੱਖਾ ਦੇਹੀ ਰੂਪੀ ਕਰਮ ਭੂਮੀ ਵਿੱਚ ਕਿ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਬੀਜਣਾ ਕਰੋ, ਜਿਸ ਕਰਕੇ ਤੁਹਾਡਾ ਧਰਮ ਅਰਥ ਕਾਮ ਮੋਖ ਆਦ ਸਭ ਕਾਰਜ ਪੂਰਾ ਹੋ ਜਾਏਗਾ ਅਤੇ ਫਲ ਪਾਵੇ ਮਿਟੈ ਜਮ ਤਰਾਸ। ਬ੍ਰਹਮ ਗਿਆਨ ਰੂਪੀ ਫਲ, ਸੁਖ ਰੂਪੀ ਫਲ ਪਾ ਲਵੇਂਗਾ ਤੇ ਜਮਾਂ ਦਾ ਤਰਾਸ, ਜਮਾਂ ਦਾ ਡਰ ਵੀ ਮਿਟ ਜਾਏਗਾ। ਜੇ ਸਰੀਰ ਰੂਪੀ ਧਰਤੀ ਦੇ ਵਿੱਚ ਨਾਮ ਬੀਜਣਾ ਕਰੇਗਾ ਤਾਂ ਸਾਰੇ ਕਾਰਜ ਪੂਰੇ ਹੋ ਜਾਣਗੇ। ਬ੍ਰਹਮ ਗਿਆਨ ਰੂਪੀ ਫਲ, ਸੁਖ ਰੂਪੀ ਫਲ ਪਾ ਲਏਗਾ ਤੇ ਮਿਟੈ ਜਮ ਤਰਾਸ, ਜਮਾਂ ਦਾ ਤਰਾਸ, ਜਮਾਂ ਦਾ ਡਰ ਵੀ ਮਿਟ ਜਾਏਗਾ। ਨਿਤ ਗਾਵੇ ਹਰ ਹਰ ਗੁਣ ਜਾਸ, ਜੇਕਰ ਨਿਤ ਨਿਤਾ ਪ੍ਰਤੀ ਹਰ ਹਰ ਹਰੀ ਪਰਮੇਸ਼ਰ ਦੇ ਗੁਣਾਂ ਦਾ ਜਸ, ਗੁਣਾਂ ਨੂੰ ਗਾਉਣਾ ਕਰੇਗਾ। ਜੋ ਗੁਰਮੁਖ ਜਨ ਨਿਤਾ ਪ੍ਰਤੀ ਪਰਮੇਸ਼ਰ ਦੇ ਗੁਣ ਗਾਉਂਦੇ ਹਨ, ਉਹਨਾਂ ਨਾਲ ਮਿਲ ਕੇ ਤੁਸੀਂ ਵੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੋ। ਹਰ ਹਰ ਨਾਮ ਅੰਤਰ ਉਰ ਧਾਰ। ਮਹਾਰਾਜ ਜੀ ਕਹਿਣ ਲੱਗੇ ਹਰ ਹਰ ਨਾਮ ਅੰਤਰ ਉਰ ਧਾਰ। ਜੋ ਹਰੇਕ ਦੇ ਪਾਪਾਂ ਨੂੰ ਹਰਨ ਵਾਲਾ ਹੈ, ਨਾਸ ਕਰਨ ਵਾਲਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰ, ਉਸ ਨੂੰ ਹਿਰਦੇ ਦੇ ਅੰਦਰ ਧਾਰਨ ਕਰੋ। ਹਰ ਹਰ ਨਾਮ ਅੰਤਰ ਉਰ ਧਾਰ। ਜੋ ਹਰੇਕ ਦੇ ਪਾਪਾਂ ਨੂੰ ਹਰਨ ਵਾਲਾ ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਉਰ ਹੁੰਦਾ ਹਿਰਦੇ ਦੇ ਅੰਦਰ ਧਾਰਨ ਕਰੋ ਅਤੇ ਸ਼ੀਕਰ ਕਾਰਜ ਲੇਹੋ ਸਵਾਰ ਰਹਾਓ। ਅਤੇ ਸ਼ੀਕਰ ਕਾਰਜ ਲੇਹੋ ਸਵਾਰ। ਮੌਤ ਦਾ ਸਮਾਂ ਨੇੜੇ ਆਉਣ ਤੋਂ ਪਹਿਲਾਂ ਇਹ ਮਨੁੱਖਾ ਜਨਮ ਵਿੱਚ ਸ਼ੀਕਰ ਛੇਤੀ ਹੀ ਜਲਦੀ ਹੀ ਆਪਣਾ ਮੁਕਤੀ ਰੂਪੀ ਕਾਰਜ ਸਵਾਰ ਲੈਣਾ ਕਰੋ। ਕਿ ਸ਼ੀਕਰ ਕਾਰਜ ਲੇਹੋ ਸਵਾਰ। ਮੌਤ ਦਾ ਸਮਾਂ ਨੇੜੇ ਆਉਣ ਤੋਂ ਪਹਿਲਾਂ ਇਸ ਮਨੁੱਖਾ ਜਨਮ ਵਿੱਚ ਸ਼ੀਕਰ ਛੇਤੀ ਜਲਦੀ ਹੀ ਆਪਣਾ ਮੁਕਤੀ ਰੂਪੀ ਕਾਰਜ ਸਵਾਰ ਲੈਣਾ ਕਰੋ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਆਪਣੇ ਪ੍ਰਭ ਸਿਉ ਹੋ ਸਾਵਧਾਨ। ਹੇ ਭਾਈ, ਆਪਣੇ ਪ੍ਰਭੂ, ਆਪਣੇ ਮਾਲਕ, ਆਪਣੇ ਪਰਮੇਸ਼ਰ ਨਾਲ ਭਾਵ ਉਸ ਪਰਮੇਸ਼ਰ ਦੀ ਪ੍ਰਾਪਤੀ ਤਾਈਂ ਸਾਵਧਾਨ ਹੋ ਕੇ ਜੁੜਨਾ ਕਰੋ, ਇਕਾਗਰ ਚਿੱਤ ਹੋ ਕੇ ਜੁੜਨਾ ਕਰੋ, ਤਾਂ ਤੂੰ ਦਰਗਹਿ ਪਾਵਹਿ ਮਾਨ। ਤਾਦ ਤੂੰ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਭਾਵ ਸੱਚਖੰਡ ਵਿੱਚ ਆਦਰ ਸਤਿਕਾਰ ਪਾਉਣਾ ਕਰੇਗਾ। ਜੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਆਪਣੇ ਮਾਲਕ ਪਰਮੇਸ਼ਰ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਤਾਈਂ ਇਕਾਗਰ ਚਿੱਤ ਹੋ ਕੇ ਜੁੜਨਾ ਕਰ। ਜੁੜਨ ਕਰਕੇ ਤੂੰ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਭਾਵ ਸੱਚਖੰਡ ਵਿੱਚ ਮਾਨ ਆਦਰ ਸਤਿਕਾਰ ਪਾਉਣਾ ਕਰੇਗਾ। ਉਕਤ ਸਿਆਣਪ ਸਗਲੀ ਤਿਆਗ। ਆਪਣੀ ਉਕਤ, ਆਪਣੀ ਚਤੁਰਾਈ ਦੀਆਂ ਗੱਲਾਂ ਕਰਨੀਆਂ ਅਤੇ ਬੁੱਧੀ ਦੀਆਂ ਸਾਰੀਆਂ ਸਿਆਣਪਾਂ ਛੱਡਣਾ ਕਰੋ।
ਉਕਤ ਸਿਆਣਪ ਸਗਲੀ ਤਿਆਗ, ਕਿ ਆਪਣੀ ਉਕਤ ਚਤਰਾਈ ਦੀਆਂ ਗੱਲਾਂ ਕਰਨੀਆਂ ਅਤੇ ਸਗਲੀ ਤਿਆਗ, ਬੁੱਧੀ ਦੀਆਂ ਸਗਲੀ ਸਾਰੀਆਂ ਸਿਆਣਪਾਂ ਤਿਆਗਣਾ ਕਰੋ, ਛੱਡਣਾ ਕਰੋ। ਸੰਤ ਜਨਾਂ ਕੀ ਚਰਨੀ ਲਾਗ, ਸੰਤ ਸਾਤ ਆਤਮਾ ਗੁਰੂ ਸਾਹਿਬ ਮਹਾਂਪੁਰਖ ਅਤੇ ਗੁਰਮੁਖ ਜਨਾਂ ਦੀ ਚਰਨੀ ਚਰਨਾਂ ਨਾਲ ਲੱਗਣਾ ਕਰੋ। ਆਪਣੀਆਂ ਚਤਰਾਈਆਂ ਤੇ ਬੁੱਧੀ ਦੀਆਂ ਸਿਆਣਪਾਂ ਛੱਡ ਕੇ ਸਾਤ ਆਤਮਾ ਗੁਰੂ ਸਾਹਿਬ ਮਹਾਂਪੁਰਖ ਅਤੇ ਗੁਰਮੁਖ ਜਨਾਂ ਦੀ ਚਰਨਾਂ ਦੇ ਨਾਲ ਲੱਗਣਾ ਕਰੋ। ਸਰਬ ਜੀ ਹੈ ਜਾਂ ਕੈ ਹਾਥ, ਜਿਸ ਵਾਹਿਗੁਰੂ ਜਿਸ ਪਰਮੇਸ਼ਰ ਦੇ ਹੁਕਮ ਰੂਪੀ ਹੱਥ ਵਿੱਚ ਸਰਬ ਸਾਰੇ ਜੀਵ ਜੰਤ ਰਹਿ ਰਹੇ ਹਨ। ਕਦੇ ਨਾ ਵਿਛੜੈ ਸਭ ਕੈ ਸਾਥ, ਉਹ ਪਰਮੇਸ਼ਰ ਸਾਰਿਆਂ ਦੇ ਸਾਥ, ਸਾਰਿਆਂ ਦੇ ਅੰਗ ਸੰਗ ਹੈ। ਕਦੇ ਵੀ ਵਿਛੜਦਾ ਨਹੀਂ, ਭਾਵ ਵੱਖਰਾ ਨਹੀਂ ਹੁੰਦਾ। ਜਿਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਰੂਪੀ ਹੱਥ ਵਿੱਚ ਸਾਰੇ ਜੀਵ ਜੰਤ ਰਹਿ ਰਹੇ ਹਨ, ਉਹ ਪਰਮੇਸ਼ਰ ਸਾਰਿਆਂ ਦੇ ਅੰਗ ਸੰਗ ਹੈ। ਕਦੇ ਵੀ ਵਿਛੜਦਾ ਨਹੀਂ, ਭਾਵ ਵੱਖਰਾ ਨਹੀਂ ਹੁੰਦਾ। ਉਪਾਵ ਛੋੜ ਗਹੁ ਤਿਸ ਕੀ ਓਟ, ਇਸ ਕਰਕੇ ਸਾਰੇ ਉਪਾਵ, ਸਾਰੇ ਯਤਨਾਂ ਨੂੰ ਛੱਡ ਕਰਕੇ ਉਸ ਪਰਮੇਸ਼ਰ ਦੀ ਓਟ, ਉਸ ਪਰਮੇਸ਼ਰ ਦੀ ਟੇਕ, ਉਸ ਪਰਮੇਸ਼ਰ ਦੇ ਆਸਰੇ ਨੂੰ ਗ੍ਰਹਿਣ ਕਰੋ। ਨਿਮਖ ਮਾਹੇ ਹੋਵੈ ਤੇਰੀ ਛੋਟ, ਨਿਮਖ ਮਾਹੇ ਹੋਵੈ ਤੇਰੀ ਛੋਟ। ਜਦੋਂ ਤੂੰ ਸਾਰੇ ਯਤਨਾਂ ਨੂੰ ਛੱਡ ਕੇ ਪਰਮੇਸ਼ਰ ਦਾ ਆਸਰਾ ਲੈ ਲਿਆ, ਤਾਂ ਨਿਮਖ ਮਾਹੇ ਹੋਵੈ ਤੇਰੀ ਛੋਟ, ਜਿਸ ਨਾਲ ਤੁਹਾਡਾ ਨਿਮਖ ਅੱਖ ਖੋਲ੍ਹਣ ਮੀਚਣ ਤੇ ਸਮੇਂ ਵਿੱਚ ਛੁਟਕਾਰਾ ਹੋ ਜਾਏਗਾ। ਜਦੋਂ ਸਾਰੇ ਉਪਾਵ ਛੱਡ ਕੇ ਪਰਮੇਸ਼ਰ ਦੀ ਓਟ ਗ੍ਰਹਿਣ ਕਰ ਲਈ, ਤੇ ਓਟ ਗ੍ਰਹਿਣ ਕਰਨ ਨਾਲ ਤੁਹਾਡਾ ਅੱਖ ਖੋਲ੍ਹਣ ਤੇ ਮੀਚਣ ਦੇ ਸਮੇਂ ਵਿੱਚ ਛੁਟਕਾਰਾ ਹੋ ਜਾਏਗਾ। ਜਦੋਂ ਨਾਮ ਦੇ ਨਾਲ ਜੁੜ ਗਏ ਤੇ ਨਾਮ ਦੇ ਵਿੱਚ ਇੱਕ ਮਿੱਕ ਹੋ ਗਏ ਤੇ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪਣ ਲੱਗ ਗਏ, ਤਾਂ ਫਿਰ ਕਿ ਇੱਕ ਨਿਮਖ ਦੇ ਵਿੱਚ ਹੀ ਛੁਟਕਾਰਾ ਹੋ ਜਾਏਗਾ। ਸਦਾ ਨਿਕਟ ਕਰ ਤਿਸਨੋ ਜਾਣ, ਮਹਾਰਾਜ ਜੀ ਕਹਿਣ ਲੱਗੇ ਉਸ ਵਾਹਿਗੁਰੂ ਨੂੰ ਹਮੇਸ਼ਾ ਆਪਣੇ ਨਿਕਟ ਹੁੰਦਾ, ਨੇੜੇ ਕਰਕੇ ਜਾਣਨਾ ਕਰੋ। ਜਿਸ ਦੇ ਨਾਲ ਮਿਲਣ ਕਰਕੇ ਇੱਕ ਨਿਮਖ ਦੇ ਵਿੱਚ ਛੁਟਕਾਰਾ ਹੋ ਜਾਏਗਾ ਕਿ ਉਸ ਪਰਮੇਸ਼ਰ ਦਾ ਓਟ ਆਸਰਾ ਲੈਣਾ ਕਰ। ਸਾਰੇ ਯਤਨਾਂ ਨੂੰ ਛੱਡ ਕੇ, ਉਪਾਵਾਂ ਨੂੰ ਛੱਡ ਕੇ ਪ੍ਰਭ ਕੀ ਆਗਿਆ ਸਤ ਕਰ ਮਾਨ, ਪਰਮੇਸ਼ਰ ਦੀ ਆਗਿਆ, ਪਰਮੇਸ਼ਰ ਦਾ ਹੁਕਮ, ਪਰਮੇਸ਼ਰ ਦਾ ਭਾਣਾ, ਪਰਮੇਸ਼ਰ ਦੀ ਰਜਾ ਨੂੰ ਸਤ ਕਰ ਮਾਨ, ਸਤ ਬਚਨ ਕਰਕੇ ਮੰਨਣਾ ਕਰ। ਪਰਮੇਸ਼ਰ ਦੀ ਜੋ ਆਗਿਆ ਹੈ ਜਾਂ ਹੁਕਮ ਹੈ, ਭਾਣਾ ਹੈ, ਰਜਾ ਹੈ, ਉਸ ਨੂੰ ਸਤ ਬਚਨ ਕਰਕੇ ਮੰਨਣਾ ਕਰ। ਗੁਰ ਕੈ ਬਚਨ ਮਿਟਾਵੋ ਆਪ, ਮਹਾਰਾਜ ਜੀ ਸਮਝਾ ਰਹੇ ਹਨ ਗੁਰ ਕੈ ਬਚਨ, ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਮਿਟਾਵੋ ਆਪ, ਆਪਣੇ ਅੰਦਰੋਂ ਆਪਾ ਭਾਵ ਹੰਕਾਰ ਨੂੰ ਮੇਟਣਾ ਕਰੋ। ਹਰ ਹਰ ਨਾਮ ਨਾਨਕ ਜਪ ਜਾਪ। ਸਤਿਗੁਰੂ ਜੀ ਉਪਦੇਸ਼ ਕਥਨ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਹੇ ਭਾਈ, ਇਸ ਪ੍ਰਕਾਰ ਉਸ ਪਰਮੇਸ਼ਰ ਦੇ ਨਾਮ ਦੇ ਜਾਪ ਨੂੰ ਜਪਣਾ ਕਰੋ ਕਿ ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਅੰਦਰੋਂ ਆਪਾ ਭਾਵ ਮਿਟਾਉਣਾ ਕਰੋ, ਹੰਕਾਰ ਨੂੰ ਮਿਟਾਉਣਾ ਕਰੋ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਭਾਈ, ਇਸ ਪ੍ਰਕਾਰ ਉਸ ਪਰਮੇਸ਼ਰ ਦੇ ਨਾਮ ਦਾ ਜਾਪ ਨੂੰ ਜਪਣਾ ਕਰੋ, ਜਿਸ ਕਰਕੇ ਆਪਣੇ ਅੰਦਰੋਂ ਹੰਕਾਰ ਮਿਟ
ਜਾਏਗਾ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੁਰ ਕਾ ਬਚਨ ਸਦਾ ਅਬਨਾਸੀ, ਗੁਰ ਕੈ ਬਚਨ ਕੱਟੀ ਜਮ ਫਾਸੀ। ਗੁਰ ਕਾ ਬਚਨ ਜੀ ਕੈ ਸੰਗ, ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਜੋ ਗੁਰ ਦੀਆ ਸੋ ਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ ਰਹਾਉ। ਗੁਰ ਕਾ ਬਚਨ ਅਟਲ ਅਛੇਦ, ਗੁਰ ਕੈ ਬਚਨ ਕੱਟੇ ਭ੍ਰਮ ਭੇਦ। ਗੁਰ ਕਾ ਬਚਨ ਕਤਹੁ ਨਾ ਜਾਏ, ਗੁਰ ਕੈ ਬਚਨ ਹਰਿ ਕੇ ਗੁਣ ਗਾਏ। ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ। ਗੁਰ ਕੈ ਬਚਨ ਨਰਕ ਨਾ ਪਾਵੈ, ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕੈ ਬਚਨ ਨ ਆਵੈ ਹਾਰ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਗੁਰੂ ਦੇ ਬਚਨਾਂ ਦੀ ਮਹਿਮਾ, ਬਚਨਾਂ ਦੀ ਵਡਿਆਈ ਕਰਦੇ ਹਨ। ਬਾਣੀ ਦੁਆਰਾ ਉਚਾਰਨ ਕਰਦੇ ਹਨ, ਗੁਰ ਕਾ ਬਚਨ ਸਦਾ ਅਬਨਾਸੀ। ਹੇ ਭਾਈ, ਗੁਰੂ ਸਾਹਿਬ ਦਾ ਬਚਨ, ਗੁਰੂ ਸਾਹਿਬ ਦਾ ਉਪਦੇਸ਼ ਹਮੇਸ਼ਾ ਅਬਨਾਸੀ, ਨਾਸ ਤੋਂ ਰਹਿਤ ਹੈ। ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰਕੇ ਸਦਾ ਵਾਸਤੇ ਅਬਨਾਸੀ ਪਦ ਨੂੰ ਪਾ ਲਈਦਾ ਹੈ। ਜੈਸਾ ਕਿ ਰਾਜ ਬਿਨਾਸੀ, ਧਾਮ ਬਿਨਾਸੀ, ਸਾਕਤ ਭੀ ਬੇਨਾਦਾ। ਦ੍ਰਿਸ਼ਟ ਮਾਨ ਹੈ ਸਗਲ ਬਿਨਾਸੀ, ਇੱਕ ਸਾਧ ਬਚਨ ਆਗਾਦਾ। ਕਿ ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਗੁਰ ਕਾ ਬਚਨ ਸਦਾ ਅਬਨਾਸੀ। ਹੈ ਭਾਈ, ਸਤਿਗੁਰੂ ਸਾਹਿਬ ਜੀ ਦਾ ਬਚਨ, ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹਮੇਸ਼ਾ ਅਬਨਾਸੀ, ਨਾਸ ਤੋਂ ਰਹਿਤ ਹੈ। ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰ ਕੇ ਸਦਾ ਵਾਸਤੇ ਅਬਨਾਸੀ ਪਦ ਨੂੰ ਪਾ ਲੈਂਦਾ ਹੈ। ਗੁਰ ਕੈ ਬਚਨ ਕੱਟੀ ਜਮ ਫਾਸੀ। ਸਤਿਗੁਰੂ ਸਾਹਿਬ ਜੀ ਦੇ ਬਚਨ, ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਕੱਟੀ ਜਮ ਫਾਸੀ, ਕਿ ਜਮਾਂ ਦੀ ਫਾਸੀ, ਫਾਹੀ ਕੱਟੀ ਜਾਂਦੀ ਹੈ। ਗੁਰ ਕਾ ਬਚਨ ਜੀ ਕੈ ਸੰਗ, ਕਿ ਸਤਿਗੁਰਾਂ ਦਾ ਬਚਨ, ਸਤਿਗੁਰਾਂ ਦਾ ਉਪਦੇਸ਼ ਸਦਾ ਜੀ ਜੀਵ ਦੇ ਸੰਗ, ਜੀਵ ਦੇ ਨਾਲ ਰਹਿਣ ਵਾਲਾ ਹੈ। ਗੁਰ ਕਾ ਬਚਨ ਜੀ ਕੈ ਸੰਗ, ਸਤਿਗੁਰਾਂ ਦਾ ਉਪਦੇਸ਼ ਸਦਾ ਜੀਵ ਦੇ ਸੰਗ ਰਹਿਣ ਵਾਲਾ ਹੈ, ਨਾਲ ਰਹਿਣ ਵਾਲਾ ਹੈ। ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਸਤਿਗੁਰਾਂ ਦੇ ਬਚਨ, ਬਚਨਾਂ, ਮਹਾਂਵਾਕਾਂ ਦੁਆਰਾ ਪਰਮੇਸ਼ਰ ਦੇ ਪ੍ਰੇਮ ਵਿੱਚ ਰਚ ਜਾਈਦਾ ਹੈ। ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਕਿ ਹੇ ਭਾਈ, ਸਤਿਗੁਰਾਂ ਦੇ ਬਚਨਾਂ ਦੁਆਰਾ, ਮਹਾਂਵਾਕਾਂ ਦੁਆਰਾ ਪਰਮੇਸ਼ਰ ਦੇ ਪ੍ਰੇਮ ਵਿੱਚ ਰਚ ਜਾਈਦਾ ਹੈ, ਇੱਕ ਮਿਕ ਹੋ ਜਾਈਦਾ ਹੈ। ਜੋ ਗੁਰ ਦੀਆ ਸੋ ਮਨ ਕੈ ਕਾਮ। ਹੇ ਭਾਈ, ਜੋ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਉਹ ਲੋਕ ਅਤੇ ਪਰਲੋਕ ਵਿੱਚ ਮਨ ਦੇ ਕੰਮ ਆਉਣ ਵਾਲਾ ਹੈ। ਜੋ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਉਹ ਲੋਕ ਅਤੇ ਪਰਲੋਕ ਵਿੱਚ ਮਨ ਕੈ ਕਾਮ, ਮਨ ਦੇ ਕਾਮ ਕੰਮ ਆਉਣ ਵਾਲਾ ਹੈ। ਸੰਤ ਕਾ ਕੀਆ ਸਤ ਕਰ ਮਾਨ ਰਹਾਉ।
ਮਹਾਰਾਜ ਜੀ ਕਥਨ ਕਰਦੇ ਹਨ ਕਿ ਇਸ ਕਰਕੇ ਸੰਤ ਸਾਤ ਆਤਮਾ ਗੁਰੂ ਸਾਹਿਬ ਜੀ ਦਾ ਕੀਤਾ ਹੋਇਆ ਜੋ ਉਪਦੇਸ਼ ਹੈ ਉਸ ਨੂੰ ਸੱਤ ਕਰਕੇ ਮੰਨਣਾ ਕਰੋ, ਸੱਚ ਕਰਕੇ ਮੰਨਣਾ ਕਰੋ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰ ਕਾ ਬਚਨ ਅਟਲ ਅਛੇਦ, ਸਤਿਗੁਰਾਂ ਦਾ ਬਚਨ, ਸਤਿਗੁਰਾਂ ਦਾ ਉਪਦੇਸ਼ ਅਟਲ, ਟਲਣ ਤੋਂ ਰਹਿਤ ਹੈ, ਅਛੇਦ ਕੱਟਣ ਤੋਂ ਰਹਿਤ ਹੈ। ਗੁਰ ਕੈ ਬਚਨ ਕੱਟੇ ਭ੍ਰਮ ਭੇਦ। ਹੇ ਭਾਈ, ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੇ ਬਚਨਾਂ ਨਾਲ ਭੇਦ ਭਰਮ ਆਦਿ ਸਾਰੇ ਕਰਮ ਕੱਟੇ ਜਾਂਦੇ ਹਨ। ਗੁਰ ਕੈ ਬਚਨ ਕੱਟੇ ਭ੍ਰਮ ਭੇਦ, ਕਿ ਹੇ ਭਾਈ ਸਤਿਗੁਰਾਂ ਦੇ ਬਚਨਾਂ ਨਾਲ ਭੇਦ ਭਰਮ ਆਦਿ ਸਾਰੇ ਭਰਮ ਕੱਟੇ ਜਾਂਦੇ ਹਨ। 5 ਪ੍ਰਕਾਰ ਦਾ ਭਰਮ ਅਤੇ 6 ਪ੍ਰਕਾਰ ਦੇ ਭੇਦ ਆਦਿ ਸਾਰੇ ਨਾਸ ਹੋ ਜਾਂਦੇ ਹਨ। ਗੁਰ ਕਾ ਬਚਨ ਕਤਹੂ ਨਾ ਜਾਏ, ਗੁਰ ਕਾ ਬਚਨ ਕਤਹੂ ਨਾ ਜਾਏ। ਸਤਿਗੁਰੂ ਸਾਹਿਬ ਜੀ ਦਾ ਬਚਨ, ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਗ੍ਰਹਿਣ ਕਰਨ ਵਾਲਾ ਜੀਵ ਕਤਹੂ ਨਾ ਜਾਏ, ਜੂਨਾ ਆਦਿ ਵਿੱਚ ਕਤਹੂ ਕਿਧਰੇ ਵੀ ਨਹੀਂ ਜਾਂਦਾ। ਗੁਰੂ ਸਾਹਿਬ ਜੀ ਦਾ ਬਚਨ ਕਦੇ ਬੇਅਰਥ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ। ਗੁਰ ਕਾ ਬਚਨ ਕਤਹੂ ਨਾ ਜਾਏ, ਸਤਿਗੁਰੂ ਸਾਹਿਬ ਜੀ ਦਾ ਬਚਨ ਉਪਦੇਸ਼ ਗ੍ਰਹਿਣ ਕਰਨ ਵਾਲਾ ਜੀਵ ਜੂਨਾ ਆਦਿ ਵਿੱਚ ਕਤਹੂ ਕਿਤਰੇ ਵੀ ਨਹੀਂ ਜਾਂਦਾ। ਗੁਰ ਕੈ ਬਚਨ ਹਰਿ ਕੇ ਗੁਣ ਗਾਏ। ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਗੁਣ ਗਾਉਣਾ ਕਰੋ। ਗੁਰ ਕੈ ਬਚਨ, ਗੁਰਾਂ ਦੇ ਬਚਨ, ਗੁਰਾਂ ਦੇ ਉਪਦੇਸ਼ ਦੁਆਰਾ ਹਰਿ ਕੇ ਗੁਣ ਗਾਏ, ਹਰੀ ਪਰਮੇਸ਼ਰ ਦੇ ਗੁਣ ਗਾਉਣਾ ਕਰੋ। ਗੁਰ ਕਾ ਬਚਨ ਜੀ ਕੈ ਸਾਥ, ਸਤਿਗੁਰਾਂ ਦਾ ਬਚਨ, ਸਤਿਗੁਰਾਂ ਦੇ ਉਪਦੇਸ਼ ਜੀਵ ਦੇ ਹਿਰਦੇ ਦੇ ਨਾਲ ਰਹਿੰਦਾ ਹੈ। ਗੁਰ ਕਾ ਬਚਨ ਜੀ ਕੈ ਸਾਥ, ਸਤਿਗੁਰਾਂ ਦਾ ਉਪਦੇਸ਼ ਜੀਵ ਦੇ ਹਿਰਦੇ ਦੇ ਸਾਥ ਰਹਿੰਦਾ ਹੈ। ਗੁਰ ਕਾ ਬਚਨ ਅਨਾਥ ਕੋ ਨਾਥ, ਸਤਿਗੁਰੂ ਸਾਹਿਬ ਜੀ ਦਾ ਬਚਨ ਅਨਾਥ ਹੁੰਦਾ, ਗਰੀਬ, ਗਰੀਬਾਂ ਦਾ ਸੁਆਮੀ ਹੈ। ਸਤਿਗੁਰੂ ਸਾਹਿਬ ਜੀ ਦਾ ਬਚਨ ਉਪਦੇਸ਼ ਗਰੀਬਾਂ ਦਾ ਸੁਆਮੀ ਹੈ। ਗੁਰੂ ਜੀ ਦਾ ਬਚਨ ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਉਹਨਾਂ ਨੂੰ ਸਾਰਿਆਂ ਦਾ ਨਾਥ ਮਾਲਕ ਬਣਾ ਦਿੰਦਾ ਹੈ। ਗੁਰ ਕੈ ਬਚਨ ਨਰਕ ਨਾ ਪਵੈ, ਸਤਿਗੁਰਾਂ ਦੇ ਬਚਨਾਂ ਦੀ ਕਮਾਈ ਨਾਲ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਜੀਵ ਨੂੰ ਮੁੜ ਕੇ ਨਰਕਾਂ ਦੇ ਦੁੱਖਾਂ ਵਿੱਚ ਨਹੀਂ ਪੈਣਾ ਪੈਂਦਾ। ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਹੇ ਭਾਈ, ਇਸ ਤਰੀਕੇ ਗੁਰੂ ਸਾਹਿਬ ਜੀ ਦੇ ਬਚਨ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਰਸਨਾ ਅੰਮ੍ਰਿਤ ਨਾਮ ਨੂੰ ਨਾਲ ਉਚਾਰਨ ਕਰਦੀ ਹੈ, ਅੰਮ੍ਰਿਤ ਰਸ ਨੂੰ ਮਾਣਦੀ ਹੈ। ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ। ਹੇ ਭਾਈ, ਇਸ ਕਰਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਜਿਹੜੀ ਰਸਨਾ ਹੈ, ਜਿਹਬਾ ਹੈ, ਅੰਮ੍ਰਿਤ ਨਾਮ ਨੂੰ ਨਾਲ ਉਚਾਰਨ ਕਰਦੀ ਹੈ, ਅੰਮ੍ਰਿਤ ਰਸ ਨੂੰ ਮਾਣਦੀ ਹੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕਾ ਬਚਨ ਪ੍ਰਗਟ ਸੰਸਾਰ। ਸਤਿਗੁਰੂ ਸਾਹਿਬ ਜੀ ਦਾ ਬਚਨ, ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਸਾਰੇ ਸੰਸਾਰ ਵਿੱਚ ਪ੍ਰਗਟ ਹੈ, ਪ੍ਰਸਿੱਧ ਹੈ। ਜੋ ਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਦਾ ਹੈ, ਉਹ ਸਾਰੀ ਦੁਨੀਆ ਵਿੱਚ ਪ੍ਰਗਟ ਹੋ ਜਾਂਦਾ ਹੈ। ਗੁਰ ਕੈ ਬਚਨ ਨਾ ਆਵੈ ਹਾਰ, ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਮੰਨਣ ਨਾਲ ਕਦੇ ਵੀ ਲੋਕ ਪਰਲੋਕ ਵਿੱਚ ਹਾਰ ਨਹੀਂ ਆਉਂਦੀ। ਜਿਸ ਜਨ ਹੋਏ ਆਪ ਕਿਰਪਾਲ, ਜਿਸ ਜਨ, ਜਿਸ ਸੇਵਕ ਉੱਪਰ
ਮਹਾਰਾਜ ਆਪ ਕਿਰਪਾਲੂ ਹੋਏ ਹਨ। ਨਾਨਕ ਸਤਿਗੁਰ ਸਦਾ ਦਿਆਲ। ਗੁਰੂ ਜੀ ਕਥਨ ਕਰਦੇ ਹਨ ਕਿ ਉਸ ਉੱਪਰ ਸਤਿਗੁਰੂ ਸਾਹਿਬ ਜੀ ਹਮੇਸ਼ਾ ਕਿਰਪਾਲੂ ਹੁੰਦੇ ਹਨ। ਜਿਸ ਉੱਪਰ ਸਤਿਗੁਰੂ ਨਾਨਕ ਦੇਵ ਜੀ ਸਦਾ ਦਿਆਲੂ ਹਨ, ਉਹ ਜਨ ਉਸ ਸੇਵਕ ਉੱਪਰ ਆਪ ਵਾਹਿਗੁਰੂ ਕਿਰਪਾਲੂ ਹੋਇਆ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸੋਭਾ ਵਡਿਆਈ, ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਪਰਮਾਤਮਾ ਦੇ ਪਰੋਪਕਾਰ ਬਾਰੇ ਦੱਸਦੇ ਹੋਏ ਫਰਮਾਉਂਦੇ ਹਨ ਕਿ ਜਿਨ ਕੀਤਾ ਮਾਟੀ ਤੇ ਰਤਨ, ਕਿ ਪਰਮਾਤਮਾ ਦੇ ਪਰੋਪਕਾਰ ਬਾਰੇ ਦੱਸਦੇ ਹਨ ਕਿ ਉਹ ਪਰਮੇਸ਼ਰ ਜੀਵਾਂ ਤੇ ਕਿੰਨਾ ਪਰੋਪਕਾਰ ਕਰਦੇ ਹਨ। ਜਿਨ ਕੀਤਾ ਮਾਟੀ ਤੇ ਰਤਨ, ਹੈ ਜੀਵ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਿੱਟੀ ਆਦ ਪੰਜ ਤੱਤਾਂ ਦਾ ਸੁਮੇਲ ਕਰਕੇ ਤੇਰਾ ਰਤਨਾਂ ਦੀ ਨਿਆਈ ਅਮੋਲਕ ਸਰੀਰ ਬਣਾ ਦਿੱਤਾ ਹੈ। ਜਿਨ ਕੀਤਾ ਮਾਟੀ ਤੇ ਰਤਨ, ਹੈ ਜੀਵ, ਜਿਸ ਵਾਹਿਗੁਰੂ ਪਰਮੇਸ਼ਰ ਨੇ ਮਿੱਟੀ ਆਦ ਪੰਜ ਤੱਤਾਂ ਦਾ ਸੁਮੇਲ ਕਰਕੇ ਤੇਰਾ ਰਤਨਾਂ ਦੀ ਨਿਆਈ ਅਮੋਲਕ ਸਰੀਰ ਬਣਾ ਦਿੱਤਾ ਹੈ। ਮਿੱਟੀ ਆਦ ਪੰਜਾਂ ਤੱਤਾਂ ਕਰਕੇ ਅਰਾਕਤ ਬਿੰਦ ਦਾ ਬਣਿਆ ਹੋਇਆ ਜੋ ਸਰੀਰ ਹੈ, ਇਸ ਨੂੰ ਗੁਣਾ ਕਰਕੇ ਰਤਨਾਂ ਵਰਗਾ ਚਮਕੀਲਾ ਬਣਾ ਦਿੱਤਾ ਹੈ। ਗਰਭ ਮੈਂ ਰਾਖਿਆ ਜਿਨ ਕਰ ਜਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ। ਫਿਰ ਮਾਤਾ ਦੇ ਗਰਭ, ਮਾਤਾ ਦੇ ਪੇਟ ਵਿੱਚ ਬੜੇ ਯਤਨਾਂ ਨਾਲ ਤੈਨੂੰ ਰੱਖਣਾ ਕੀਤਾ ਹੈ। ਜਿਸ ਵਾਹਿਗੁਰੂ ਨੇ ਮਾਤਾ ਦੇ ਗਰਭ, ਮਾਤਾ ਦੇ ਪੇਟ ਵਿੱਚ ਆਪਣਾ ਸਿਮਰਨ ਦੇ ਕੇ ਤੈਨੂੰ ਰੱਖਣਾ ਕੀਤਾ ਹੈ, ਹੇ ਜੀਵ, ਉਸ ਪਰਮੇਸ਼ਰ ਨੂੰ ਮਿਲਣ ਦਾ ਯਤਨ ਕਰ, ਉਸ ਦੀ ਪ੍ਰਾਪਤੀ ਦਾ ਯਤਨ ਕਰ। ਜਿਨ ਦੀਨੀ ਸੋਭਾ ਵਡਿਆਈ, ਹੈ ਜੀਵ, ਜਿਸ ਪਰਮੇਸ਼ਰ ਨੇ ਤੈਨੂੰ ਇਸ ਲੋਕ ਵਿੱਚ ਸੋਭਾ, ਮਹਿਮਾ ਅਤੇ ਪਦਾਰਥਾਂ ਕਰਕੇ ਵਡਿਆਈ, ਉਸਤਤ ਬਖਸ਼ੀ ਹੈ। ਗੁਣਾਂ ਨੂੰ ਧਾਰਨ ਕਰਨੇ ਕਰਕੇ ਤੈਨੂੰ ਪਰਲੋਕ ਵਿੱਚ ਵਡਿਆਈ ਦੇਵੇਗਾ। ਤਿਸ ਪ੍ਰਭ ਕੋ ਆਠ ਪਹਿਰ ਧਿਆਈ। ਮਹਾਰਾਜ ਜੀ ਕਹਿਣ ਲੱਗੇ, ਉਸ ਪ੍ਰਭੂ, ਉਸ ਮਾਲਕ ਵਾਹਿਗੁਰੂ ਨੂੰ ਅੱਠੇ ਪਹਿਰ ਭਾਵ ਰਾਤ ਦਿਨ ਸਵਾਸ ਸਵਾਸ ਧਿਆਉਣਾ ਕਰ। ਜਿਸ ਪਰਮੇਸ਼ਰ ਨੇ ਤੈਨੂੰ ਲੋਕ ਪਰਲੋਕ ਵਿੱਚ ਸੋਭਾ ਬਖਸ਼ੀ ਹੈ, ਪਦਾਰਥਾਂ ਕਰਕੇ ਉਸਤਤ ਬਖਸ਼ੀ ਹੈ, ਤੇ ਗੁਣਾਂ ਨੂੰ ਧਾਰਨ ਕਰਕੇ ਤੈਨੂੰ ਪਰਲੋਕ ਵਿੱਚ ਵਡਿਆਈ ਦੇਵੇਗਾ। ਉਸ ਮਾਲਕ ਵਾਹਿਗੁਰੂ ਨੂੰ ਅੱਠੇ ਪਹਿਰ ਭਾਵ ਰਾਤ ਦਿਨ ਸਵਾਸ ਸਵਾਸ ਧਿਆਉਣਾ ਕਰ। ਰਮਈਆ ਰੇਨ ਸਾਧ ਜਨ ਪਾਵੋ, ਹੇ ਜੀਵ, ਰਮਈਆ ਰਮੇ ਹੋਏ ਵਿਆਪਕ ਪਰਮੇਸ਼ਰ ਦੇ ਸੰਤ ਜਨਾਂ ਦੀ, ਗੁਰੂ ਸਾਹਿਬ ਜੀ ਦੀ ਰੇਨ ਸਾਧ ਜਨ ਪਾਵੋ, ਰੇਨ ਧੂੜੀ ਪਾਉਣਾ ਕਰ। ਰਮਈਆ ਰੇਨ ਸਾਧ ਜਨ ਪਾਵੋ, ਕਿ ਹੇ ਜੀਵ, ਰਮਈਆ ਰਮੇ ਹੋਏ ਵਿਆਪਕ ਪਰਮੇਸ਼ਰ ਦੇ ਸੰਤ ਜਨਾਂ ਦੀ, ਗੁਰੂ ਸਾਹਿਬ ਜੀ ਦੀ ਚਰਨ ਧੂੜੀ ਪਾਉਣਾ ਕਰ। ਕਿ ਗੁਰਮਿਲ ਆਪਣਾ ਖਸਮ ਧਿਆਵੋ, ਰਹਾਉ, ਕਿ ਸਤਿਗੁਰਾਂ ਜੀ ਨਾਲ ਮਿਲਾਪ ਕਰਕੇ, ਸਤਿਗੁਰੂ ਸਾਹਿਬ ਜੀ ਦੇ ਨਾਲ ਮਿਲਾਪ ਕਰਕੇ ਆਪਣਾ ਜਾਣ ਕੇ ਮਾਲਕ ਪਰਮੇਸ਼ਰ ਨੂੰ ਧਿਆਉਣਾ ਕਰ। ਰਹਾਉ, ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਜਿਨ ਕੀਤਾ ਮੂੜ ਤੇ ਬਕਤਾ, ਹੇ ਜੀਵ, ਜਿਸ ਵਾਹਿਗੁਰੂ ਨੇ ਤੈਨੂੰ ਮੂੜ ਮੂਰਖ ਬੇਸਮਝ ਤੋਂ ਚਾਰ ਵੇਦਾਂ, ਖੱਟ ਸ਼ਾਸਤਰਾਂ, 27 ਸਿਮਰਤੀਆਂ
ਪੁਰਾਣਾ ਗੀਤਾ ਆਦਿਕ ਦਾ ਵਕਤਾ ਬੋਲਣ ਵਾਲਾ ਭਾਵ ਪੰਡਤ ਵਿਦਵਾਨ ਬਣਾਉਣਾ ਕੀਤਾ ਹੈ। ਜਿਨ ਕੀਤਾ ਮੂੜ ਤੇ ਬਕਤਾ, ਹੇ ਜੀਵ ਜਿਸ ਵਾਹਿਗੁਰੂ ਨੇ ਤੈਨੂੰ ਮੂਰਖ ਬੇਸਮਝ ਤੋਂ ਚਾਰ ਵੇਦਾਂ ਦਾ ਬਕਤਾ ਬੋਲਣ ਵਾਲਾ ਵਿਦਵਾਨ ਬਣਾਉਣਾ ਕੀਤਾ ਹੈ। ਜਿਨ ਕੀਤਾ ਬੇਸੁਰਤ ਤੇ ਸੁਰਤਾ, ਜਿਸ ਵਾਹਿਗੁਰੂ ਨੇ ਤੈਨੂੰ ਬੇਸੁਰਤ ਅਗਿਆਤ ਤੋਂ ਸੁਰਤਾ ਗਿਆਨ ਵਾਲਾ ਬਣਾਉਣਾ ਕੀਤਾ ਹੈ। ਜਿਸ ਪ੍ਰਸਾਦ ਨਵੈ ਨਿਧ ਪਾਈ, ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ, ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਭਰਮ ਹੁੰਦਾ ਮਹਾਪਦਮ ਨੀਲ ਆਦ ਨਵੈ ਨੌ ਨਿਧੀਆਂ ਪ੍ਰਾਪਤ ਕਰੀਦੀਆਂ ਹਨ। ਸੋ ਪ੍ਰਭ ਮਨ ਤੇ ਬਿਸਰਤ ਨਾਹੀ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਸੋ ਉਸ ਮਾਲਕ ਵਾਹਿਗੁਰੂ, ਉਹ ਮਾਲਕ ਵਾਹਿਗੁਰੂ ਤੈਨੂੰ ਕਦੇ ਵੀ ਮਨ ਤੋਂ ਬਿਸਰਤ ਭੁੱਲਣਾ ਨਹੀਂ ਚਾਹੀਦਾ। ਸੋ ਪ੍ਰਭ ਮਨ ਤੇ ਬਿਸਰਤ ਨਾਹੀ, ਕਿ ਉਹ ਮਾਲਕ ਵਾਹਿਗੁਰੂ ਤੈਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਬਿਸਰਨਾ ਨਹੀਂ ਚਾਹੀਦਾ। ਜਿਨ ਦੀਆ ਨਥਾਵੇਂ ਕੋ ਥਾਨ, ਹੇ ਜੀਵ ਜਿਸ ਵਾਹਿਗੁਰੂ ਨੇ ਤੈਨੂੰ ਨਿਥਾਵੇਂ ਟਿਕਾਣੇ ਤੋਂ ਹੀੜੇ ਨੂੰ ਥਾਂ ਦਿੱਤਾ ਹੈ, ਟਿਕਾਣਾ ਦਿੱਤਾ ਹੈ। ਹੇ ਜੀਵ ਤੈਨੂੰ ਟਿਕਾਣੇ ਤੋਂ ਰਹਿਤ ਜੂਨਾਂ ਵਿੱਚ ਭਰਮਦੇ ਹੋਏ ਨੂੰ ਪਰਮੇਸ਼ਰ ਨੇ ਆਪਣੇ ਵਿੱਚ ਅਭੇਦ ਕਰ ਰੂਪੀ ਸਰੂਪ ਰੂਪੀ ਥਾਂ ਦਿੱਤਾ ਹੈ ਕਿ ਉਸ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ, ਕਿ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ। ਜਿਨ ਦੀਆ ਨਿਮਾਣੇ ਕੋ ਮਾਣ, ਜਿਸ ਵਾਹਿਗੁਰੂ ਨੇ ਨਿਮਾਣੇ ਮਾਣ ਵਿਅਕਤੀ ਤੋਂ ਹੀਣੇ ਨੂੰ ਮਾਣ ਬਖਸ਼ਿਆ ਹੈ। ਹੇ ਜੀਵ ਜਿਸ ਪਰਮੇਸ਼ਰ ਨੇ ਤੈਨੂੰ ਨਿਮਾਣੇ ਨੂੰ ਬ੍ਰਹਮ ਗਿਆਨ ਦੁਆਰਾ ਸਰੂਪ ਦੀ ਪ੍ਰਾਪਤੀ ਰੂਪੀ ਮਾਣ ਦਿੱਤਾ ਹੈ। ਜੈਸਾ ਕਿ ਨਿਮਾਣੇ ਮਾਣ ਕਰਹਿ ਤੁਧ ਭਾਵੈ, ਕਿ ਜਦੋਂ ਉਸ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ, ਜਿਸ ਜੀਵ ਤੇ ਕਿਰਪਾ ਹੋ ਜਾਂਦੀ ਹੈ ਤੇ ਉਸ ਨਿਮਾਣੇ ਨੂੰ ਮਾਣ ਬਖਸ਼ ਦਿੰਦਾ ਹੈ। ਜਿਨ ਕੀਨੀ ਸਭ ਪੂਰਨ ਆਸਾ, ਜਿਨ ਕੀਨੀ ਸਭ ਪੂਰਨ ਆਸਾ, ਕਿ ਜਿਸ ਵਾਹਿਗੁਰੂ ਨੇ ਸਾਰੇ ਜੀਵਾਂ ਦੀ ਆਸਾ ਇੱਛਾ ਪੂਰੀ ਕੀਤੀ ਹੈ। ਸਿਮਰੋ ਦਿਨ ਰੈਨ ਸਾਸ ਗਿਰਾਸਾ, ਹੈ ਜੀਵ ਐਸੇ ਉਪਕਾਰੀ ਪਰਮੇਸ਼ਰ ਨੂੰ ਰੈਨ ਰਾਤ ਤੇ ਦਿਨ ਸਾਸ ਸਾਹ ਲੈਂਦਿਆਂ, ਸਵਾਸ ਸਵਾਸ ਅਤੇ ਗਿਰਾਸਾ ਗਿਰਾਹੀ ਲੈਂਦਿਆਂ ਭਾਵ ਭੋਜਨ ਖਾਂਦਿਆਂ ਹਰ ਵਕਤ ਸਿਮਰਨਾ ਕਰੋ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਮਾਇਆ ਦੀ ਸਿਲਕ, ਮਾਇਆ ਦੀ ਫਾਹੀ ਕੱਟੀ ਜਾਂਦੀ ਹੈ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਕਿ ਹੇ ਭਾਈ ਜਿਸ ਵਾਹਿਗੁਰੂ ਦੀ ਪ੍ਰਸਾਦ ਹੁੰਦਾ ਕਿਰਪਾ ਕਰਕੇ ਮਾਇਆ ਦੀ ਸਿਲਕ ਫਾਹੀ ਕੱਟੀ ਜਾਂਦੀ ਹੈ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ, ਜਿਸ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਉਸ ਨੇ ਦੇਵਤਿਆਂ ਦੇ ਅੰਮ੍ਰਿਤ ਅਤੇ ਬਿਖ ਹੁੰਦਾ ਵਿਉ ਜ਼ਹਿਰ ਨੂੰ ਇੱਕ ਰੂਪ ਕਰਕੇ ਖਾਟੀ ਪ੍ਰਾਪਤ ਕੀਤਾ ਹੈ। ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ, ਜਿਸ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਉਸਨੇ ਦੇਵਤਿਆਂ ਦੇ ਅੰਮ੍ਰਿਤ ਅਤੇ ਵਿਉ ਜ਼ਹਿਰ ਨੂੰ ਇੱਕ ਰੂਪ ਕਰਕੇ ਪ੍ਰਾਪਤ ਕੀਤਾ ਹੈ। ਭਾਵ ਦੁੱਖ ਸੁੱਖ ਨੂੰ ਸਮ ਕਰਕੇ ਬਰਾਬਰ ਕਰਕੇ ਜਾਣਿਆ ਹੈ। ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਵਿਸ਼ਿਆਂ ਰੂਪੀ ਵਿਉ ਜੋ ਬਹੁਤ ਦੁਖਦਾਇਕ ਸੀ ਉਹ ਮਿਟ ਕਰਕੇ ਨਿਵਿਰਤ ਜੀਵਨ ਵਿੱਚ ਅੰਮ੍ਰਿਤ ਰੂਪ ਆਨੰਦ ਪ੍ਰਾਪਤ ਹੋ ਗਿਆ ਹੈ। ਕਿ ਕਹੋ ਨਾਨਕ ਇਸ ਤੇ ਕਿਸ ਨਾਹੀ। ਸਤਿਗੁਰੂ ਸਾਹਿਬ ਜੀ
ਕਥਨ ਕਰਦੇ ਹਨ ਕਿ ਹੇ ਜੀਵ, ਇਸ ਕਰਕੇ ਤੇਰੇ ਤੋਂ ਕੁਝ ਨਹੀਂ ਬਣ ਸਕਦਾ। ਕਹੋ ਨਾਨਕ ਇਸ ਤੇ ਕਿਸ ਨਾਹੀ। ਸਤਿਗੁਰੂ ਜੀ ਕਹੋ ਕਹਿੰਦੇ ਹਨ, ਕਥਨ ਕਰਦੇ ਹਨ ਕਿ ਹੇ ਜੀਵ, ਇਸ ਕਰਕੇ ਤੇਰੇ ਤੋਂ ਕੁਝ ਵੀ ਨਹੀਂ ਬਣ ਸਕਦਾ। ਭਾਵ ਤੇਰੇ ਹੱਥ ਬਸ ਕੁਝ ਨਹੀਂ ਹੈ। ਰਾਖਣ ਹਾਰੇ ਕਉ ਸਲਾਹੀ। ਇਸ ਕਰਕੇ ਸਾਰੇ ਬ੍ਰਹਿਮੰਡ ਨੂੰ ਆਪਣੀ ਚੇਤਨ ਸੱਤਾ ਦੁਆਰਾ ਰਾਖਣ ਹਾਰੇ, ਰੱਖਣ ਵਾਲੇ ਪਰਮੇਸ਼ਰ ਨੂੰ ਸਲਾਹੀ, ਸਲਾਹੁਣਾ ਕਰ। ਜੋ ਕੁਝ ਪਰਮੇਸ਼ਰ ਦੇ ਹੱਥ ਹੈ ਉਸ ਪਰਮੇਸ਼ਰ ਨੂੰ ਹੀ ਸਲਾਹੁਣਾ ਕਰ। ਕਹੋ ਨਾਨਕ ਇਸ ਤੇ ਕਿਸ ਨਾਹੀ। ਰਾਖਣ ਹਾਰੇ ਕੋ ਸਲਾਹੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਜੀਵ, ਇਸ ਕਰਕੇ ਤੇਰੇ ਕੁਝ ਵੀ ਬਸ ਨਹੀਂ, ਤੇਰੇ ਹੱਥ ਵਿੱਚ ਕੁਝ ਨਹੀਂ। ਇਸ ਕਰਕੇ ਸਾਰੇ ਬ੍ਰਹਿਮੰਡ ਨੂੰ ਆਪਣੀ ਚੇਤਨ ਸੱਤਾ ਦੁਆਰਾ ਰੱਖਣ ਵਾਲੇ ਪਰਮੇਸ਼ਰ ਨੂੰ ਸਲਾਹੀ, ਸਲਾਹੁਣਾ ਕਰ। ਉਸ ਦੀ ਸਿਫਤ ਸਲਾਹ ਵਡਿਆਈ ਕਰ। ਜੋ ਕੁਝ ਕਰਦਾ ਹੈ ਪਰਮੇਸ਼ਰ ਸਭ ਕੁਝ ਠੀਕ ਕਰਦਾ ਹੈ। ਉਸ ਦਾ ਹੀ ਨਾਮ ਜਪ, ਉਸ ਨੂੰ ਹੀ ਚੇਤੇ ਕਰ। ਉਹ ਹੀ ਤੇਰੇ ਦੁੱਖਾਂ ਸੁੱਖਾਂ ਦਾ ਤੈਨੂੰ ਰੱਖਣ ਵਾਲਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਖਿਮਾ ਆਓ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ। ਅਰਦਾਸਾਂ ਬੇਨਤੀਆਂ ਕਰੇ ਮਹਾਰਾਜ।